दोस्तों 11 जनवरी ਨੂੰ ਸਰਦਾਰ ਮੇਵਾ ਸਿੰਘ ਦਾ ਸ਼ਹੀਦੀ ਦਿਵਸ ਹੈ। ਸਰਦਾਰ ਮੇਵਾ ਸਿੰਘ ਨੂੰ ਵਿਲੀਅਮ ਹਪਕਿੰਸਨ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਅਧੀਨ 11 ਜਨਵਰੀ 1915 ਨੂੰ ਨਿਊ ਵੈਸਟਮਿਨਿਸਟਰ BC ਵਿਖੇ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਹੁਣ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਮੰਥਲੀ ਮੈਗਜ਼ੀਨ ਰੈਡੀਕਲ ਦੇਸੀ ਦੇ ਐਡੀਟਰ ਅਤੇ ਸਪਾਈਸ ਰੇਡੀਓ 1200 AM ਦੇ ਹੋਸਟ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਬਹੁਤ ਹੀ ਰਿਸਰਚ ਕਰਕੇ सरदार मेवा सिंह की शहादत उपर एक किताब लिखी, मेवा सिंह ने विलियम हॉपकिंसन नूं क्यों मारिया। तो उन्होंने अज की गलबात का विषय भी सरदार मेवा सिंह की शहादत बारे ही रहेगा। गुरप्रीत भाजी अज के प्रोग्राम जी आए तुहानूं। बहुत मेहरबानी कमलजीत जी, शुक्रिया, धन्यवाद। नवे साल की तुहानूं ते तुहाडे दर्शकों नूं ढेर सारी मुबारकबाद। थैंक यू जी। गुरप्रीत भाजी सब तो पहला सानूं दसो कि मेवा सिंह कनेडा कदों आए सी ਤੇ ਉਹ ਇੰਡੀਆ ਤੇ ਕਿੱਥੋਂ ਰਹਿਣ ਵਾਲੇ ਸੀ? ਬਿਲਕੁਲ, ਦੇਖੋ ਮੇਵਾ ਸਿੰਘ ਜੀ ਦਾ ਜਨਮ 1880 ਦਾ ਹੈ। ਅੱਛਾ ਜੀ। ਇਹਨਾਂ ਦਾ ਜੱਦੀ ਪਿੰਡ ਲੋਪੋਕੇ ਸੀ, ਅੰਮ੍ਰਿਤਸਰ ਦੇ ਲਾਗੇ ਹੀ, ਤੇ ਜਿਹੜਾ ਅੰਮ੍ਰਿਤਸਰ ਤੇ ਪਾਕਿਸਤਾਨ ਦੀ ਸਰਹੱਦ ਦੇ ਕਾਫੀ ਨਜ਼ਦੀਕ ਪੈ ਜਾਂਦਾ। ਠੀਕ ਹੈ। ਸੋ ਉੱਥੋਂ ਦਾ ਉਹਨਾਂ ਦੀ ਜੰਪਲ ਉੱਥੋਂ ਦੀ ਸੀ। ਸੋ ਇਹ ਔਲਖ ਪਰਿਵਾਰ 'ਚ ਜਨਮ ਹੋਇਆ ਇਹਨਾਂ ਦਾ। ਅੱਛਾ ਜੀ। ਸੋ ਉੱਥੋਂ ਇਹ 1906 ਦੇ ਵਿੱਚ ਇੱਥੇ ਆਏ। ਜਿਵੇਂ ਬਾਕੀ ਦੇ ਹਿੰਦੁਸਤਾਨੀ ਉਸ ਵੇਲੇ ਆ ਰਹੇ ਸੀ, उस समय जरा भारत है बरतानवी अधीन सीगा, हुकूमत के अधीन, तो उसमें बहुत सारे लोग इस तरह दी पॉलिसियां चल रही सीगियां कि जिहदे करके जिहड़ी मध वर्गी किसानी है उसते काफ़ी मंदे हाल सी। तो अपनी ज़िंदगी बेहतर बनाने लई विदेशों में उन्होंने कूच किया। सो मेवा सिंह भी उस तरीके नाल 1906 ਦੇ ਵਿੱਚ ਇੱਥੇ ਆਏ। ठीक है। ਤੇ ਇੱਥੇ ਜਦੋਂ ਆਏ ਤਾਂ ਇੱਕ ਮਤਲਬ ਦਿਹਾੜੀਦਾਰੀ ਮਜ਼ਦੂਰੀ ਕਰਨ ਲਈ ਸੋ ਫਰੇਜ਼ਰ ਮਿਲ ਜਿਹੜੀ ਸੀਗੀ ਉੱਥੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਆ ਕੇ। ਅੱਛਾ ਜੀ। 1908 'ਚ ਜਦੋਂ ਖਾਲਸਾ ਦਿਵਾਨ ਸੁਸਾਇਟੀ ਦੀ ਸਥਾਪਨਾ ਹੋਈ ਹੈ, ਅੰਮ੍ਰਿਤ ਛਕ ਲਿਆ ਉਹਨਾਂ ਨੇ। ਸੋ ਇਹ ਉਹਨਾਂ ਦੀ ਮਤਲਬ ਮੁੱਢਲੇ ਸਮੇਂ ਦੀ ਇੰਨੀ ਕੁ ਜਾਣਕਾਰੀ ਹੈ ਕਿ ਜਿਵੇਂ ਬਾਕੀ ਦੇ ਸਾਡੇ ਬਜ਼ੁਰਗ ਉਸ ਵੇਲੇ ਆਉਣੇ ਸ਼ੁਰੂ ਹੋਏ ਆ। ਹਾਂਜੀ। ਕਿਉਂਕਿ ਬਰਤਾਨਵੀ ਰਾਜ ਥੱਲੇ ਬਹੁਤੀਆਂ ਆਰਥਿਕ ਸੰਭਾਵਨਾਵਾਂ ਨਹੀਂ ਸੀਗੀਆਂ। ਬਾਹਰ ਉਹਨਾਂ ਨੇ ਕੂਚ ਇਸੇ ਕਰਕੇ ਕੀਤਾ ਕਿ ਉੱਥੇ ਜਾ ਕੇ ਜ਼ਿੰਦਗੀ ਬਿਹਤਰ ਕਰ ਸਕੀਏ। ਇੱਕ ਵਿਸ਼ਵਾਸ ਵੀ ਸੀਗਾ ਕਿ ਕਿਉਂਕਿ ਅਸੀਂ ਬਰਤਾਨਵੀ ਪਰਜਾ ਹਾਂ, ਸਾਡੇ ਨਾਲ ਵਧੀਆ ਸਲੂਕ ਹੋਵੇਗਾ, ਇਹ ਸੋਚ ਕੇ ਇਹਨਾਂ ਦੇਸ਼ਾਂ ਵਿੱਚ ਉਹਨਾਂ ਨੇ ਕੂਚ ਕੀਤਾ ਸੀ। ਕੈਨੇਡਾ 'ਚ ਆ ਕੇ ਗਦਰ ਪਾਰਟੀ ਨਾਲ ਕਦੋਂ ਜੁੜੇ ਜੀ? ਦੇਖੋ ਗਦਰ ਪਾਰਟੀ ਨਾਲ ਤਾਂ ਉਦੋਂ ਹੀ ਜੁੜ ਗਏ ਸੀ ਜਦੋਂ ਗਦਰ ਪਾਰਟੀ ਦੀ ਸਥਾਪਨਾ ਲਈ ਜ਼ਮੀਨ ਤਿਆਰ ਹੋ ਰਹੀ ਸੀਗੀ। ਅੱਛਾ। ਗਦਰ ਪਾਰਟੀ ਦੀ ਸਥਾਪਨਾ ਹੋਈ ਹੈ 1913 ਦੇ ਵਿੱਚ। ਪਰ 1913 ਵਿੱਚ ਪਾਰਟੀ ਕੋਈ ਇੱਦਾਂ ਤਾਂ ਹੈ ਨਹੀਂ ਕਿ ਅਚਾਨਕ ਹੀ ਜੰਮ ਪਈ। ਉਸ ਤੋਂ ਪਹਿਲਾਂ ਕੁਝ ਹਾਲਾਤ ਸੀ, ਪਰਿਸਥਿਤੀਆਂ ਸੀਗੀਆਂ ਜਿਨ੍ਹਾਂ ਕਰਕੇ ਗਦਰ ਪਾਰਟੀ ਲਈ ਜ਼ਮੀਨ ਤਿਆਰ ਹੋਈ ਹੈ। ਖਾਲਸਾ ਦਿਵਾਨ ਸੁਸਾਇਟੀ ਦੀ ਜਿਹੜੀ ਸਥਾਪਨਾ ਹੋਈ ਹੈ ਉਹ ਵੀ ਉਸੇ ਕੜੀ ਦਾ ਹਿੱਸਾ ਹੀ ਹੈ। ਠੀਕ ਹੈ। ਖਾਲਸਾ ਦਿਵਾਨ ਸੁਸਾਇਟੀ ਦਾ ਕੰਮ ਨਿਰਾਪੁਰਾ ਧਰਮ ਪ੍ਰਚਾਰ ਨਹੀਂ ਸੀਗਾ। ਇੱਥੇ ਨਸਲਵਾਦ ਸਿਰ ਚੜ੍ਹ ਕੇ ਬੋਲ ਰਿਹਾ ਸੀ, ਇਮੀਗ੍ਰੈਂਟਾਂ ਨਾਲ ਜ਼ਿਆਦਤੀਆਂ ਹੋ ਰਹੀਆਂ ਸੀਗੀਆਂ। ਸੋ ਪੋਲੀਟੀਕਲ ਐਕਸ਼ਨ ਨੂੰ ਅੱਗੇ ਵਧਾਉਣ ਦੀ ਖਾਤਰ ਇਸ ਸੁਸਾਇਟੀ ਦੀ ਸਥਾਪਨਾ ਕੀਤੀ ਗਈ। ਨਾਲ ਦੇ ਨਾਲ ਧਰਮ ਪ੍ਰਚਾਰ ਅਤੇ ਨਾਲ ਦੀ ਨਾਲ ਸਾਰੀ ਕਮਿਊਨਿਟੀ ਨੂੰ ਨਾਲ ਲੈ ਕੇ ਕਿਵੇਂ ਨਸਲਵਾਦ ਦੇ ਖਿਲਾਫ ਲੜਾਈ ਲੜਨੀ ਹੈ, ਕਿਵੇਂ ਬਸਤੀਵਾਦ ਦੇ ਖਿਲਾਫ ਲੜਾਈ ਲੜਨੀ ਹੈ। ਯੂਨਾਈਟਿਡ ਇੰਡੀਆ ਲੀਗ ਵੀ ਉਸ ਟਾਈਮ 'ਚ ਹੋਣੀ ਚਾਹੀਏ, ਜਿਸ ਵਿੱਚ ਇਕੱਲੇ ਸਿੱਖ ਨਹੀਂ ਸਗੋਂ ਹੋਰ ਫਿਰਕਿਆਂ ਦੇ ਲੋਕ ਵੀ ਸ਼ਾਮਲ ਸੀਗੇ। ਠੀਕ ਹੈ। ਸੋ ਮੇਵਾ ਸਿੰਘ ਹੁਣੀ ਉਸ ਵੇਲੇ ਤੋਂ ਹੀ ਐਕਟਿਵ ਰਹੇ। ਜਦੋਂ ਖਾਲਸਾ ਦਿਵਾਨ ਸੁਸਾਇਟੀ ਨੇ ਆਪਣਾ ਗੁਰਦੁਆਰਾ ਬਣਾਇਆ, ਚੰਦਾ ਇਕੱਤਰ ਕੀਤਾ, ਉਗਰਾਹੀ ਲਈ ਮੂਹਰੇ ਹੋਏ। ਬਾਅਦ 'ਚ ਵੱਖਰੀ ਵੱਖਰੀ ਥਾਵਾਂ 'ਤੇ ਸ਼ਾਖਾਵਾਂ ਖੁੱਲ੍ਹੀਆਂ, ਉਸ ਵਿੱਚ ਵੀ ਉਹਨਾਂ ਦਾ ਮੋਹਰੀ ਰੋਲ ਸੀ। ਸੋ ਕਮਿਊਨਿਟੀ ਦੇ ਕੰਮਾਂ 'ਚ ਪਹਿਲਾਂ ਹੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਸੀ। ਠੀਕ। 1913 ਦੇ ਵਿੱਚ ਕੁਝ ਕਾਰਨਾਂ ਕਰਕੇ ਗਦਰ ਪਾਰਟੀ ਦੀ ਸਥਾਪਨਾ ਅਮਰੀਕਾ 'ਚ ਹੋਈ ਹੈ। ਕਿਉਂਕਿ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਇਲਾਕਾ ਸੀਗਾ ਇਹ ਸਿੱਧੇ ਤੌਰ 'ਤੇ ਬਰਤਾਨਵੀ ਹਕੂਮਤ ਦੇ ਥੱਲੇ ਸੀ। ਇੱਥੇ ਸਿੱਧੇ ਤੌਰ 'ਤੇ ਗਦਰ ਪਾਰਟੀ ਨਹੀਂ ਸੀ ਬਣ ਸਕਦੀ। ਉਹਨਾਂ ਕਾਰਨਾਂ ਕਰਕੇ ਗਦਰ ਪਾਰਟੀ ਦੀ ਸਥਾਪਨਾ ਅਮਰੀਕਾ 'ਚ ਹੋਈ ਹੈ। ਪਰ ਉਸ ਦੀ ਜਿਹੜੀ ਫੋਲੋਇੰਗ ਹੈ, ਜਿਹੜੇ ਉਸ ਦੇ ਨਾਲ ਸਮਰਥਕ ਜਿਹੜੇ ਜੁੜੇ ਆ, ਵੈਨਕੂਵਰ ਇਲਾਕੇ 'ਚ ਉਹਨਾਂ ਦੀ ਗਿਣਤੀ ਬਹੁਤ ਵੱਡੀ ਸੀ। ਜਿਹੜੇ ਮੋਹਰੀ ਆਗੂ ਸੀ ਉਹ 'ਚ ਭਾਈ ਭਾਗ ਸਿੰਘ ਸੀਗੇ। ਸੋ ਭਾਈ ਭਾਗ ਸਿੰਘ ਤੇ ਮੇਵਾ ਸਿੰਘ ਉਹਨਾਂ ਦੇ ਸੰਬੰਧ ਵੀ ਬੜੇ ਵਧੀਆ ਸੀ ਆਪਸ 'ਚ। ਠੀਕ ਹੈ। ਕਿਉਂਕਿ ਇਲਾਕਾ ਵੀ ਇੱਕ ਸੀਗਾ, ਉਹ ਭਿੱਖੀ ਪਿੰਡ ਤੋਂ ਸੀਗੇ, ਇਹ ਲੋਪੋਕੇ ਤੋਂ ਸੀ, ਅੰਮ੍ਰਿਤਸਰ ਦਾ ਇਲਾਕਾ ਸੀ। ਸੋ ਕਹਿਣ ਦਾ ਮਤਲਬ ਕਿ ਇਹ ਜਿਹੜੇ ਮੇਵਾ ਸਿੰਘ ਦੇ ਜਿਹੜਾ ਇਹਨਾਂ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੌਰ ਪਹਿਲਾਂ ਸ਼ੁਰੂ ਹੋ ਗਿਆ ਸੀਗਾ। ਜਦੋਂ ਗਦਰ ਪਾਰਟੀ ਬਣੀ ਹੈ, ਗਦਰ ਅਖਬਾਰ ਆਉਣ ਲੱਗ ਪਿਆ, ਲਹਿਰ ਹੋਰ ਪ੍ਰਚੰਡ ਹੋਈ। ਫਿਰ ਅੱਗੇ ਅੱਗੇ ਜੋ ਬੜੇ ਪੜਾਅ ਦੇ ਵਿੱਚ ਵੱਖਰੇ ਵੱਖਰੇ ਘੋਲ ਆਏ, ਚਾਹੇ ਵੋਟ ਪਾਉਣ ਦਾ ਹੱਕ ਲੈਣ ਦੀ ਲੜਾਈ ਸੀਗੀ, ਚਾਹੇ ਟੱਬਰਾਂ ਨੂੰ ਲਿਆਉਣ ਦਾ ਘੋਲ ਸੀ, ਚਾਹੇ ਕਾਮਾਗਾਡਾ ਮਾਰੂ ਦਾ ਘੋਲ ਚੱਲਿਆ, ਹਰ ਇੱਕ 'ਚ ਉਹ ਮੂਹਰੇ ਸੀਗੇ। ਠੀਕ ਹੈ ਜੀ। ਅਤੇ ਵਿਲੀਅਮ ਹੌਪਕਿੰਸਨ ਕੌਣ ਸੀਗਾ ਜੀ, ਅਤੇ ਭਾਰਤ ਤੋਂ ਕਿਸ ਮਕਸਦ ਨਾਲ ਇੱਥੇ ਕੈਨੇਡਾ ਵਿੱਚ ਆਇਆ ਹੋਇਆ ਸੀ? ਵਿਲੀਅਮ ਹੌਪਕਿੰਸਨ ਜਿਹੜਾ ਸੀਗਾ ਉਹ ਇੰਡੀਅਨ ਗਵਰਨਮੈਂਟ ਲਈ CID ਲਈ ਕੰਮ ਕਰਦਾ ਸੀ। ਉਹਨੂੰ ਸਪੈਸ਼ਲੀ ਇੱਥੇ ਲਿਆਇਆ ਗਿਆ ਸੀਗਾ ਕਿ ਇੱਥੇ ਆ ਕੇ ਜਿਹੜੇ ਇੱਥੇ ਗਦਰੀ ਐਕਟਿਵ ਨੇ ਉਹਨਾਂ 'ਤੇ ਨਿਗਾਹ ਰੱਖੀ ਜਾਵੇ। ਠੀਕ ਹੈ। ਦੇਖੋ ਇੱਕ ਗੱਲ ਦੱਸਣੀ ਬਣਦੀ ਹੈ ਕਿ ਅਕਸਰ ਇੱਕ ਰਿਵਾਇਤ ਦੇ ਤੌਰ 'ਤੇ ਲਗਾਤਾਰ ਲਿਖਾਰੀ ਇਹ ਟਪਲਾ ਖਾ ਰਹੇ ਨੇ। ਉਹ ਇਹ ਕਹਿੰਦੇ ਨੇ ਕਿ ਜਦੋਂ ਗਦਰੀ ਬਾਬੇ ਉੱਥੋਂ ਆਏ
ਅੱਛਾ ਤਾਂ ਉਹਨਾਂ ਕੋਲ ਜਿਹੜੀ ਪੋਲੀਟੀਕਲ ਸੂਝ-ਬੂਝ ਇੰਨੀ ਹੈ ਨਹੀਂ ਸੀ। ਇੱਥੇ ਆ ਕੇ ਖੁੱਲੀ ਹਵਾ ਦੇ ਵਿੱਚ ਉਹਨਾਂ ਨੂੰ ਆਜ਼ਾਦੀ ਦਾ ਜਦੋਂ ਬੁੱਲਾ ਉਹਨਾਂ ਨੂੰ ਵੱਜਾ, ਉਸ ਤੋਂ ਪਿੱਛੋਂ ਉਹਨਾਂ ਦੇ ਮਨ 'ਚ ਚੇਤਕ ਪੈਦਾ ਹੋਈ ਕਿ ਅਸੀਂ ਆਜ਼ਾਦੀ ਲਈ ਕੁਝ ਕਰਨਾ ਹੈ। ਜਾਂ ਨਸਲਵਾਦ ਦਾ ਸਾਹਮਣਾ ਕੀਤਾ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਨਸਲਵਾਦ ਸਾਡੇ ਨਾਲ ਤਾਂ ਹੋ ਰਿਹਾ ਕਿ ਸਾਡਾ ਆਪਣਾ ਮੁਲਕ ਗੁਲਾਮ ਹੈ, ਆਜ਼ਾਦ ਕਰਾਏ ਤੋਂ ਬਿਨਾਂ ਗੱਲ ਨਹੀਂ ਬਣਨੀ। ਠੀਕ ਹੈ, ਇਹ ਗੱਲ ਕੁਛ ਹੱਦ ਤੱਕ ਸਹੀ ਹੈ ਕਿ ਦੋ ਧਿਰੀ ਲੜਾਈ ਨਸਲਵਾਦ ਦੇ ਖਿਲਾਫ ਤੇ ਆਜ਼ਾਦੀ ਲਈ ਵੀ ਚੱਲੀ ਹੈ, ਪਰ ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ ਕਿ ਇੱਥੇ ਆ ਕੇ ਹੀ ਉਹਨਾਂ ਨੂੰ ਸੋਝੀ ਆਈ ਹੈ। ਠੀਕ ਹੈ, ਵੇਖੋ ਇੱਥੇ ਆਉਣ ਤੋਂ ਪਹਿਲਾਂ ਜਿਵੇਂ ਸੋਹਣ ਸਿੰਘ ਭਗਨਾ ਗਦਰ ਪਾਰਟੀ ਦੇ ਪ੍ਰਧਾਨ ਪਗੜੀ ਸੰਭਾਲ ਜੱਟਾ ਲਹਿਰ ਦੇ ਪ੍ਰਭਾਵ ਥੱਲੇ ਸੀਗੇ, ਕਰਤਾਰ ਸਿੰਘ ਸਰਾਭਾ ਉਸ ਲਹਿਰ ਤੋਂ ਪ੍ਰਭਾਵਿਤ ਸੀ। ਇਹ ਲਹਿਰ 1907 ਵਿੱਚ ਚੱਲੀ ਸੀਗੀ, ਸੋ ਪਹਿਲਾਂ ਹੀ ਉਹਨਾਂ ਦੀ ਵਿਰਾਸਤ ਵਿੱਚ ਇਹ ਗੱਲਾਂ ਸੀਗੀਆਂ। ਨਾਲੇ ਸੋਹਣ ਸਿੰਘ ਭਗਨਾ ਤਾਂ ਨਾਮਧਾਰੀ ਲਹਿਰ ਤੋਂ ਪ੍ਰਭਾਵਿਤ ਸੀਗੇ, ਜਿਨ੍ਹਾਂ ਨੇ ਪਹਿਲੀ ਸੁਦੇਸ਼ੀ ਲਹਿਰ ਚਲਾਈ ਹੈ। ਫਿਰ ਉਹ ਸਿੱਖੀ ਵਿਰਾਸਤ 'ਚ ਵੀ ਕਈ ਚੀਜ਼ਾਂ ਉਹਨਾਂ ਨੇ ਲਈਆਂ ਤੇ ਜ਼ੁਲਮ ਦੇ ਖਿਲਾਫ ਕਿਵੇਂ ਖੜੇ ਹੋਣਾ, ਸੋ ਪਹਿਲਾਂ ਹੀ ਉਹਨਾਂ ਦੀ ਪਾਣ ਚੜੀ ਹੋਈ ਸੀ। ਇੱਥੇ ਆ ਕੇ ਸਿਰਫ ਜਿਹੜੇ ਹੋਰਨਾਂ ਲੋਕਾਂ ਨੂੰ ਨਾਲ ਜੋੜਿਆ ਗਿਆ, ਜਿਨ੍ਹਾਂ ਦੀ ਸੋਝੀ ਥੋੜ੍ਹੀ ਘੱਟ ਰਹੀ ਹੋਏਗੀ, ਜਿਨ੍ਹਾਂ ਨੇ ਕਿਸੇ ਵੇਲੇ ਬਰਤਾਨਵੀ ਫੌਜ ਲਈ ਕੰਮ ਕੀਤਾ, ਜਿਵੇਂ ਕਿ ਭਾਈ ਪਾਕ ਸਿੰਘ, ਜਿਨ੍ਹਾਂ ਦੇ ਸ਼ਾਇਦ ਬਰਤਾਨੀਆ ਪ੍ਰਤੀ ਵਿਚਾਰ ਬੜੇ ਨਰਮ ਰਹੇ ਹੋਣਗੇ, ਇੱਥੇ ਆ ਕੇ ਉਹਨਾਂ ਨੂੰ ਨਾਲ ਕੀਲਣ ਵਾਸਤੇ ਪਰਿਸਥਿਤੀਆਂ ਬੜੀਆਂ ਜਿਹੜੀਆਂ ਕਾਰਗਰ ਸਿੱਧ ਹੋਈਆਂ, ਕਿਉਂਕਿ ਨਸਲਵਾਦ ਚੱਲ ਰਿਹਾ ਸੀ। ਉਹਨਾਂ ਨੂੰ ਸਮਝਾਇਆ ਗਿਆ ਕਿ ਤੁਹਾਡੇ ਨਾਲ ਜ਼ਿਆਦਤੀਆਂ ਇਸ ਕਰਕੇ ਹੋ ਰਹੀਆਂ, ਵੱਡੀ ਲੜਾਈ ਦਾ ਹਿੱਸਾ ਬਣਨਾ ਪਊਗਾ। ਸੋ ਉਹਨਾਂ ਨੂੰ ਨਾਲ ਜੋੜਨ ਲਈ ਇੱਕ ਜ਼ਰੀਆ ਬਣ ਗਿਆ ਉਹਨਾਂ ਦਾ ਪ੍ਰਵਾਸ। ਪਰ ਜੇ ਆਪਾਂ ਇਹ ਕਹੀਏ ਕਿ ਸਾਰੇ ਦਾ ਸਾਰਾ ਇੱਥੇ ਆ ਕੇ ਅੱਖਾਂ ਖੁੱਲੀਆਂ ਜਾਂ ਸੋਝੀ ਆਈ, ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ ਹੈ। ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਕਿਉਂਕਿ ਜਦੋਂ ਵਿਲੀਅਮ ਹੌਪਕਿੰਸਨ ਦੀ ਅਸੀਂ ਗੱਲ ਕਰਦੇ ਹਾਂ, ਹੌਪਕਿੰਸਨ ਜਦੋਂ ਇੱਥੇ ਆਇਆ ਤਾਂ ਉਹ ਇਸੇ ਨੁਕਤੇ ਤੋਂ ਆਇਆ ਸੀ, ਐਕਟੀਵਿਟੀ ਚੱਲ ਰਹੀਆਂ ਸੀਗੀਆਂ ਉਹਨਾਂ 'ਤੇ ਨਿਗਾਹ ਰੱਖਣ ਲਈ। ਉਸ ਨੂੰ ਸਾਰੀ ਗੱਲ ਦਾ ਸੰਦਰਭ ਵੀ ਪਤਾ ਸੀਗਾ ਕਿ ਊਰਜਾ ਕਿੱਥੋਂ ਆ ਰਹੀ ਹੈ। ਠੀਕ ਹੈ, ਇੰਡੀਆ ਗੁਲਾਮ ਆ, ਉੱਥੇ ਵੀ ਇਨਕਲਾਬੀ ਰੁਚੀਆਂ ਵਾਲੇ ਲੋਕ ਬੈਠੇ ਆ, ਉਹਨਾਂ ਦਾ ਆਪਸੀ ਤਾਲਮੇਲ ਇਹਨਾਂ ਲੋਕਾਂ ਨਾਲ ਵੀ ਹੈ। ਸੋ ਇਸ ਕਰਕੇ ਉਹਨੂੰ ਲਿਆਇਆ ਗਿਆ ਬੜੇ ਸਾਹਸੀ ਢੰਗ ਦੇ ਨਾਲ ਕਿ ਇੱਥੇ ਆ ਕੇ ਉਹਨਾਂ ਲੋਕਾਂ ਦੇ ਬਾਜ ਅੱਖ ਰੱਖੀ ਜਾਵੇ। ਠੀਕ ਹੈ, ਸੋ ਉਸਨੇ ਆਪਣੇ ਕੋਈ ਸੂਈਏ ਵੀ ਤਿਆਰ ਕਰ ਲਏ, ਜਿਨ੍ਹਾਂ ਵਿੱਚ ਬੇਲਾ ਸਿੰਘ ਜਾਨ ਵਰਗਾ ਵਿਅਕਤੀ ਵੀ ਸੀਗਾ। ਅੱਛਾ ਜੀ, ਇਹ ਸੂਈਏ ਸਾਡੇ ਭਾਈਚਾਰੇ ਵਿੱਚ ਆ ਕੇ ਸੂਹਾਂ ਲੈਂਦੇ ਸੀਗੇ। ਫਿਰ ਕਈਆਂ ਨੂੰ ਉੱਥੇ ਪੱਕੇ ਕਰਾਉਣ ਲਈ ਉਹਨਾਂ ਤੋਂ ਪੈਸੇ ਵੀ ਲਏ ਜਾਂਦੇ ਸੀਗੇ। ਇਸ ਕਿਸਮ ਦਾ ਸਿਲਸਿਲਾ ਵੀ ਚੱਲਿਆ। ਅੱਛਾ, ਕਰਦਿਆਂ ਜਦੋਂ ਇਹ ਸਭ ਕੁਝ ਚੱਲ ਰਿਹਾ ਸੀਗਾ ਤੇ ਅੱਗੇ ਅਸੀਂ ਵੇਖਦੇ ਹਾਂ ਕਿ ਕਾਮਾਗਾਟਾ ਮਾਰੂ ਕਾਂਡ ਹੋਇਆ। ਇੱਕ ਜਹਾਜ਼ ਉੱਥੋਂ ਆਇਆ 300 ਤੋਂ ਵੱਧ ਮੁਸਾਫਰਾਂ ਨੂੰ ਲੈ ਕੇ, ਸਿੱਧੇ ਸਫ਼ਰ ਦੇ ਕਾਨੂੰਨ ਦੇ ਤਹਿਤ ਉਸਨੂੰ ਉੱਥੋਂ ਮੋੜਿਆ ਗਿਆ। ਹਾਂਜੀ, ਉਸਨੇ ਇੱਕ ਤਰੀਕੇ ਨਾਲ ਬਲਦੀ ਦੇ ਤੇਲ ਦਾ ਕੰਮ ਕੀਤਾ। ਠੀਕ ਹੈ, ਉਹਨਾਂ ਦਿਨਾਂ 'ਚ ਹੀ ਗਦਰ ਪਾਰਟੀ ਫੈਸਲਾ ਕਰ ਚੁੱਕੀ ਸੀ ਕਿ ਹੁਣ ਸੰਸਾਰ ਜੰਗ ਛਿੜ ਚੁੱਕੀ ਹੈ ਤੇ ਅਸੀਂ ਵਾਪਸ ਮੁੜੀਏ ਤੇ ਗਦਰ ਮਚਾਈਏ। ਠੀਕ, ਸੋ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਸੀ ਉਹਨਾਂ 'ਤੇ ਵਾਚ ਰੱਖਣ ਲਈ ਹੌਪਕਿੰਸਨ ਨੂੰ ਸੱਦਿਆ ਗਿਆ। ਉਸਨੇ ਇੱਥੇ ਆ ਕੇ ਕਈਆਂ ਦੇ ਨਾਮ ਉੱਥੇ ਭੇਜੇ ਵੀ ਨੇ, ਜਿਹੜੇ ਉੱਥੇ ਇੰਡੀਆ 'ਚ ਫੜੇ ਵੀ ਗਏ ਇੱਥੋਂ ਜਾਣ ਤੋਂ ਬਾਅਦ। ਔਰ ਬੇਲਾ ਸਿੰਘ ਉਸ ਵਿੱਚ ਮੋਰੀ ਸੀਗਾ। ਇਹਨਾਂ ਹਾਲਾਤ ਦੇ ਵਿੱਚ ਜਿਹੜਾ ਦੋ ਧੜਿਆਂ ਵਿੱਚ ਕਾਫੀ ਖੂਨੀ ਟਕਰਾਅ ਵਾਲੀ ਸਥਿਤੀ ਬਣ ਗਈ। ਜਿਹੜਾ ਇਨਕਲਾਬੀਆਂ ਦਾ ਧੜਾ ਸੀਗਾ, ਟਾਊਟਾਂ ਦਾ ਧੜਾ ਸੀਗਾ, ਜਿਸ ਦੇ ਮੱਦੇਨਜ਼ਰ ਅਸੀਂ ਵੇਖਦੇ ਹਾਂ ਕਿ ਗੁਰਦੁਆਰਾ ਸਾਹਿਬ 'ਚ ਗੋਲੀ ਚੱਲੀ, ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਕਤਲ ਹੋਏ, ਜਿਸ ਤੋਂ ਪਿੱਛੋਂ ਮੇਵਾ ਸਿੰਘ ਨੇ ਫਿਰ ਹੌਪਕਿੰਸਨ ਨੂੰ ਸੌਦਾ ਲਾਇਆ, ਕਿਉਂਕਿ ਬੇਲਾ ਸਿੰਘ ਕਸਟਡੀ 'ਚ ਸੀਗਾ, ਉਹਦੇ ਖਿਲਾਫ ਮੁਕੱਦਮਾ ਚੱਲ ਰਿਹਾ ਸੀ, ਨਹੀਂ ਤਾਂ ਬੇਲਾ ਸਿੰਘ ਜ਼ਾਹਿਰਾ ਤੌਰ 'ਤੇ ਨਿਸ਼ਾਨਾ ਹੋਣਾ ਸੀ। ਪਰ ਹੌਪਕਿੰਸਨ ਕਿਉਂਕਿ ਇਸ ਰੂਪ 'ਚ ਵੇਖਿਆ ਗਿਆ ਕਿ ਇਹ ਸਮੱਸਿਆ ਦੀ ਜੜ ਹੈ, ਠੀਕ ਹੈ, ਇਸ ਦਾ ਸੌਦਾ ਲਾਇਆ ਜਾਵੇ। ਕੀ ਕਾਰਨ ਸੀਗੇ ਕਿ ਭਾਈ ਮੇਵਾ ਸਿੰਘ ਨੇ ਵਿਲੀਅਮ ਹੌਪਕਿੰਸਨ ਦਾ ਕਤਲ ਕੀਤਾ? ਦੇਖੋ, ਦੋ ਤਿੰਨ ਗੱਲਾਂ ਬੜੀਆਂ ਪ੍ਰਤੱਖ ਨੇ। ਇੱਕ ਤਾਂ ਹੌਪਕਿੰਸਨ ਉਸ ਪੂਰੇ ਜਿਹਨੂੰ ਕਹਿੰਦੇ ਪ੍ਰਬੰਧ ਦਾ ਟੂਲ ਸੀ, ਜਿਹੜਾ ਬਰਤਾਨਵੀ ਸਲਤਨਤ ਦਾ ਟੂਲ ਸੀ ਇੱਕ ਤਰੀਕੇ ਦਾ। ਠੀਕ ਹੈ, ਇੱਥੇ ਉਹਨਾਂ ਦੀ ਨੁਮਾਇੰਦਗੀ ਕਰ ਰਿਹਾ ਸੀ, ਗਦਰਿਆਂ ਦੀ ਐਕਟੀਵਿਟੀਜ਼ 'ਤੇ ਨਿਗਾਹ ਰੱਖ ਰਿਹਾ ਸੀਗਾ, ਭਾਈਚਾਰੇ 'ਚ ਸੂਏ ਛੱਡੇ ਹੋਏ ਸੀ ਜਿਹੜੇ ਗੜਬੜਾਂ ਪੈਦਾ ਕਰ ਰਹੇ ਸੀਗੇ। ਸੋ ਉਸ ਦਾ ਸਫਾਇਆ ਤਾਂ ਹੋਣਾ ਹੀ ਸੀਗਾ। ਪਾਰਟੀ ਦੇ ਤੌਰ 'ਤੇ ਫੈਸਲਾ ਹੋਇਆ ਸੀ, ਸਾਬਤ ਨਹੀਂ ਹੋਇਆ ਵੱਖਰੀ ਗੱਲ। ਕਿਉਂਕਿ ਜਦੋਂ ਮੇਵਾ ਸਿੰਘ ਦੀ ਗ੍ਰਿਫਤਾਰੀ ਤੋਂ ਇਲਾਵਾ ਕੁਝ ਹੋਰ ਲੋਕ ਵੀ ਗ੍ਰਿਫਤਾਰ ਕੀਤੇ ਗਏ ਸੀ, ਉਸ ਵੇਲੇ ਅਧਿਕਾਰੀਆਂ ਨੂੰ ਸ਼ੱਕ ਸੀਗਾ ਕਿ ਇਹ ਪੂਰੀ ਕਿਹੜੀ ਮਿੱਥੀ ਸਾਜ਼ਿਸ਼ ਤਹਿਤ ਮੇਵਾ ਸਿੰਘ ਤੋਂ ਇਹ ਕੰਮ ਕਰਵਾਇਆ ਗਿਆ। ਮੇਵਾ ਸਿੰਘ ਨੇ ਇਕੱਲਿਆਂ ਕੰਮ ਨਹੀਂ ਕੀਤਾ, ਇਹ ਸਰਕਾਰ ਮੰਨਦੀ ਸੀਗੀ। ਸਬੂਤਾਂ ਦੀ ਘਾਟ ਕਾਰਨ ਉਹ ਵਿਅਕਤੀ ਬਰੀ ਕਰ ਦਿੱਤੇ ਗਏ। ਮੇਵਾ ਸਿੰਘ ਨੇ ਸਾਰੀ ਜ਼ਿੰਮੇਵਾਰੀ ਆਪਣੇ ਤੇ ਲੈ ਲਈ। ਪਰ ਇਸ ਗੱਲ ਤੋਂ ਸੰਭਾਵਨਾ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਅੱਜ ਵੀ ਇਸ ਤਰ੍ਹਾਂ ਹੁੰਦਾ ਕਿ ਕੋਈ ਇਹੋ ਜਿਹੀਆਂ ਵੱਡੇ ਜਦੋਂ ਕਾਰੇ ਹੁੰਦੇ ਨੇ, ਪੋਲੀਟੀਕਲ ਕਾਰੇ, ਤਾਂ ਕਈ ਵਾਰੀ ਪਲਾਨਿੰਗ ਬੜੇ ਵੱਡੇ ਪੱਧਰ 'ਤੇ ਹੋਈ ਹੁੰਦੀ ਹੈ। ਇੱਕ ਵਿਅਕਤੀ ਜ਼ਿੰਮੇਵਾਰੀ ਲੈ ਕੇ ਬਾਕੀ ਸਾਰਿਆਂ ਨੂੰ ਬਚਾ ਜਾਂਦਾ, ਇਹ ਕਈ ਵਾਰੀ ਹੁੰਦਾ। ਸੋ ਖੈਰ, ਉਸ ਗੱਲ 'ਚ ਆਪਾਂ ਨਾ ਜਾਂਦੇ ਹੋਏ ਇਹ ਮੰਨਣਾ ਪਊਗਾ ਕਿ ਜਿਹੜਾ ਹੌਪਕਿੰਸਨ ਦਾ ਕਤਲ ਸੀਗਾ ਉਹ ਸਿਆਸੀ ਕਤਲ ਸੀ। ਠੀਕ ਹੈ, ਕੋਈ ਨਿੱਜੀ ਕਾਰਨਾਂ ਤੋਂ ਪ੍ਰੇਰਿਤ ਨਹੀਂ ਸੀ। ਇੱਕ ਤਾਂ ਉਸ ਸਲਤਨਤ ਦਾ ਟੂਲ ਸੀ ਜਿਸ ਦੇ ਖਿਲਾਫ ਗਦਰੀਆਂ ਦੀ ਲੜਾਈ ਸੀਗੀ। ਹਾਂਜੀ, ਸੋ ਇਹ ਅੰਜਾਮ ਕਦੇ ਨਾ ਕਦੇ ਹੋਣਾ ਹੀ ਸੀਗਾ। ਦੂਜੀ ਗੱਲ ਸੀ ਜਿਹੜਾ ਮੌਕਾ ਮਿਲਿਆ, ਕਿਉਂਕਿ ਬੇਲਾ ਸਿੰਘ ਪਹਿਲਾਂ ਹੀ ਕਸਟਡੀ 'ਚ ਸੀਗਾ। ਹਾਂਜੀ, ਤੇ ਲੈ ਕੇ ਹੌਪਕਿੰਸਨ ਇੱਕ ਨਿਸ਼ਾਨਾ ਬਣਦਾ ਸੀ। ਫਿਰ ਜਿਹੜਾ ਗੁਰਦੁਆਰੇ 'ਚ ਕਾਰਾ ਹੋਇਆ, ਮੇਵਾ ਸਿੰਘ ਵਿਸ਼ਵਾਸੀ ਸਿੱਖ ਸੀਗਾ, ਉਹਨੂੰ ਮਹਿਸੂਸ ਹੋਇਆ ਕਿ ਨਸਲਵਾਦ ਹੋਇਆ, ਸਾਡੇ ਗੁਰਦੁਆਰੇ ਦੀ ਬੇਹੁਰਮਤੀ ਹੋਈ ਹੈ। ਉਸ ਤੋਂ ਇਹ ਗੱਲ ਜਰ ਨਾ ਹੋਈ। ਇੱਕ ਜਿਹੜੀ ਹੋਰ ਵੀ ਗੱਲ ਸੀ ਕਿ ਜਿਹੜਾ ਉਸ ਨੂੰ ਇਸ ਗੱਲ ਦਾ ਗਿਲਾ ਸੀ ਕਿ ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਕਤਲ ਕਰ ਦਿੱਤੇ ਗਏ। ਭਾਈ ਭਾਗ ਸਿੰਘ ਦੀ ਬੱਚੀ ਯਤੀਮ ਰਹਿ ਗਈ ਸੀ, ਕਿਉਂਕਿ ਉਹਨਾਂ ਦੀ ਪਤਨੀ ਪਹਿਲਾਂ ਚੱਲ ਵਸੀ ਸੀ, ਉਸ ਦਾ ਵੀ ਉਸਨੂੰ ਕਾਫੀ ਦੁੱਖ ਸੀ।
ਸੋ ਇਹਨਾਂ ਕਾਰਨਾਂ ਕਰਕੇ ਮੇਵਾ ਸਿੰਘ ਨੂੰ ਲੱਗਾ ਕਿ ਜਿਹੜਾ ਹੈ ਇਹ ਜ਼ੁਲਮ ਵੱਧ ਗਿਆ, ਸੋ ਕੁਝ ਕੀਤਾ ਜਾਵੇ। ਮੇਵਾ ਸਿੰਘ ਨੇ ਜਦੋਂ ਉਹਨਾਂ ਤੇ ਕੋਰਟ 'ਚ ਮੁਕੱਦਮਾ ਚੱਲ ਰਿਹਾ ਸੀਗਾ ਤੇ ਆਪਣੇ ਵਿਚਾਰ ਦੇ ਪੱਖ 'ਚ ਇੱਕ ਭਾਸ਼ਣ ਜਾਨੀ ਕਿ ਸਪੀਚ ਦਿੱਤੀ ਸੀ, ਉਹ ਕੀ ਸੀਗੀ? ਦੇਖੋ, ਸਪੀਚ ਇਸ ਤਰ੍ਹਾਂ ਨਹੀਂ ਸੀ ਦਿੱਤੀ ਉਹਨਾਂ ਨੇ, ਉਹ ਕਿਉਂਕਿ ਪੰਜਾਬੀ ਬੋਲਦੇ ਸੀਗੇ, ਉਹਦਾ ਤਰਜਮਾ ਹੋਇਆ, ਉਹ ਅਦਾਲਤ 'ਚ ਪੇਸ਼ ਕੀਤੀ ਗਈ। ਅੱਛਾ ਜੀ। ਉਹ 'ਚ ਉਹਨਾਂ ਨੇ ਜੋ ਲਿਖਿਆ ਉਹ ਦਸਤਾਵੇਜ਼ ਪੜ੍ਹਨ ਵਾਲਾ। ਅੱਛਾ ਜੀ। ਉਹ ਦਸਤਾਵੇਜ਼ ਇਸ ਕਰਕੇ ਪੜ੍ਹਨ ਵਾਲਾ ਕਿਉਂਕਿ ਉਹ ਇੱਕ ਮੌਲਿਕ ਦਸਤਾਵੇਜ਼ ਆ। ਉਹ ਮੇਵਾ ਸਿੰਘ ਦੀ ਮਾਨਸਿਕਤਾ ਨੂੰ ਵੀ ਦਰਸਾਉਂਦਾ, ਉਹ ਇਹ ਸਮਝਣ 'ਚ ਵੀ ਸਾਡੀ ਮਦਦ ਕਰਦਾ ਕਿ ਮੇਵਾ ਸਿੰਘ ਨੇ ਹੌਪਕਿੰਸ ਨੂੰ ਕਤਲ ਕਿਉਂ ਕੀਤਾ, ਉਸ ਸਮੇਂ ਦੇ ਹਾਲਾਤ ਕੀ ਸੀਗੇ, ਨਸਲਵਾਦ ਕਿਵੇਂ ਸੀ। ਸੋ ਕਈ ਉਹ 'ਚ ਦਿਲਚਸਪ ਗੱਲਾਂ ਨੇ, ਜਿਵੇਂ ਕਿ ਮੇਵਾ ਸਿੰਘ ਲਿਖਦੇ ਨੇ ਕਿ ਕਿਵੇਂ ਇਹ ਪੈਸੇ ਮਾਰਦੇ ਹੁੰਦੇ ਸੀਗੇ ਲੋਕਾਂ ਤੋਂ, ਅੱਛਾ, ਉਹਨਾਂ ਨੂੰ ਪੱਕੇ ਕਰਨ ਲਈ ਰਿਸ਼ਵਤਾਂ ਲੈਂਦੇ ਹੁੰਦੇ ਸੀ। ਨਸਲਵਾਦ ਕਿਵੇਂ ਹੋ ਰਿਹਾ ਸੀ, ਸੜਕਾਂ 'ਤੇ ਅਸੀਂ ਜਾਂਦੇ ਸਾਡੇ ਨਾਲ ਕਿਹੋ ਜਿਹਾ ਵਰਤਾਓ ਕੀਤਾ ਜਾਂਦਾ। ਸਾਡੇ ਗੁਰੂ ਘਰ ਦੇ ਵਿੱਚ ਐਡੀ ਬੇਹੁਰਮਤੀ ਵਾਲੀ ਘਟਨਾ ਹੋਈ ਆ। ਅਫਸੋਸ ਕੋਈ ਨਹੀਂ ਸੀ ਉਹਨਾਂ ਨੂੰ, ਮਤਲਬ ਕਹਿੰਦਾ ਡਟ ਕੇ ਉਹਨਾਂ ਨੇ ਦ੍ਰਿੜਤਾ ਦੇ ਨਾਲ ਆਪਣੀ ਗੱਲ ਕਹੀ ਹੈ। ਠੀਕ ਹੈ। ਔਰ ਫਿਰ ਤੁਸੀਂ ਦੇਖੋ ਜਦੋਂ ਉਹਨਾਂ ਨੂੰ ਫਾਂਸੀ ਦੇ ਫੰਦੇ ਵੱਲ ਲਿਜਾਇਆ ਗਿਆ, ਉਹ ਸ਼ਬਦ ਉਚਾਰਨ ਕਰਦੇ ਗਏ। ਤੇ ਫਾਂਸੀ ਉਹਨਾਂ ਨੂੰ ਕਿੱਥੇ ਦਿੱਤੀ ਗਈ? ਫਾਂਸੀ ਯੂਨੀਵਰਸਿਟੀ ਦਿੱਤੀ ਗਈ ਸੀਗੀ। ਅੱਛਾ ਜੀ। 11 ਜਨਵਰੀ ਦੀ ਤਾਰੀਖ ਸੀ 1915। ਔਰ ਉਸ ਵੇਲੇ 500 ਦੇ ਕਰੀਬ ਲੋਕ ਇਕੱਠੇ ਹੋਏ ਭਾਈਚਾਰੇ ਦੇ। ਅੱਛਾ ਜੀ। ਅਫਸੋਸ ਦੀ ਗੱਲ ਹੈ ਜਦੋਂ ਸ਼ਤਾਬਦੀ ਵਾਰ ਆਇਆ ਤਾਂ ਮੇਰੇ ਖਿਆਲ 30-35 ਬੰਦੇ ਇਕੱਠੇ ਹੋਏ ਹੋਣੇ। ਹਾਲਾਂਕਿ 5 ਲੱਖ ਲੋਕ ਇੱਥੇ ਰਹਿ ਰਹੇ ਸੀ ਉਸ ਟਾਈਮ। 5 ਲੱਖ ਇਸ ਟਾਈਮ ਮਤਲਬ ਕਿੰਨੀ ਵੱਡੀ ਆਬਾਦੀ ਹੈ। ਕਾਰਾਂ ਵੀ ਨੇ, ਰੇਡੀਓ ਸਟੇਸ਼ਨ ਵੀ ਨੇ, ਪ੍ਰਚਾਰ ਕਰ ਕਰਕੇ ਕੋਈ ਵਿਜਲ ਇੱਕ ਵੱਡਾ ਇਕੱਠ ਹੋ ਸਕਦਾ ਸੀਗਾ। ਉਸ ਦੇ ਲਈ ਕਿਸੇ ਨੇ ਜ਼ਰੂਰੀ ਵੀ ਨਹੀਂ ਸਮਝਿਆ, ਹਾਲਾਂਕਿ ਬੈਠੇ ਅਸੀਂ ਸਾਰੇ ਉਹਨਾਂ ਦੀ ਬਦੌਲਤਾਂ ਇੱਥੇ। ਹਾਂਜੀ। ਪਰ ਜਦੋਂ ਹੋਇਆ ਵਾਪਰਿਆ ਉਦੋਂ ਵੇਖ ਲਓ, ਕਮਿਊਨਿਟੀ ਛੋਟੀ ਹੁੰਦਿਆਂ ਵੀ ਉਹਨਾਂ ਕੋਲ ਇੰਨੇ ਰਿਸੋਰਸਿਸ ਵੀ ਨਹੀਂ ਸੀਗੇ, ਤਾਂ ਵੀ ਉਹਨਾਂ ਲੋਕਾਂ ਦਾ ਇਕੱਠ ਕਿੱਡਾ ਵੱਡਾ ਸੀ। ਹਾਂਜੀ, ਇਹ ਗੱਲ ਸੋਚਣ ਵਾਲੀ ਆ। ਨਿਊ ਵੈਸਟ ਮਿਨਿਸਟਰ ਸਿਟੀ ਹਾਲ ਨੇ ਮੇਵਾ ਸਿੰਘ ਦੇ ਉੱਪਰ ਇੱਕ ਪ੍ਰੋਕਲਾਮੇਸ਼ਨ ਜਾਰੀ ਕੀਤਾ ਤੇ 11 ਜਨਵਰੀ ਨੂੰ ਨਿਊ ਵੈਸਟ ਮਿਨਿਸਟਰ ਸਿਟੀ ਦੇ ਵਿੱਚ ਮੇਵਾ ਸਿੰਘ ਡੇ ਘੋਸ਼ਿਤ ਕੀਤਾ ਗਿਆ। ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਉਹਦੇ ਬਾਰੇ ਕੌਣ ਜੀ, ਜਿਸ ਤਰ੍ਹਾਂ ਕਿ ਜਿਹੜੇ ਚੱਕ ਮਾਰ ਨਿਊ ਵੈਸਟ ਮਿਨਿਸਟਰ ਸਿਟੀ ਕੌਂਸਲ ਨੇ, ਹਾਂਜੀ, ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿਹੜਾ ਅਤੀਤ ਵਿੱਚ ਜੋ ਜ਼ਿਆਦਤੀਆਂ ਹੋਈਆਂ ਉਸ ਨੂੰ ਦਰੁਸਤ ਕੀਤਾ ਜਾਵੇ। ਉਸ ਨੁਕਤੇ ਨਿਗਾਹ ਤੋਂ ਗੱਲ ਕਰੀਏ ਤਾਂ ਇੱਕ ਜਸਟਿਸ ਬੈਗਬੀ, ਜਿਸਨੇ 6 ਮੂਲ ਵਾਸੀ ਜਿਹੜੇ ਆਗੂਆਂ ਨੂੰ ਫਾਹੇ ਲਾਇਆ ਸੀ, ਉਸ ਦਾ ਬੁੱਤ ਲੱਗਾ ਸੀ ਨਿਊ ਵੈਸਟ 'ਚ। ਅੱਛਾ। ਉਸਨੇ ਉਹ ਬੁੱਤ ਹਟਵਾਇਆ। ਇਹ ਬਹੁਤ ਵੱਡੀ ਗੱਲ ਸੀ ਕਿ ਅਤੀਤ ਵਿੱਚ ਮੂਲ ਵਾਸੀ ਨਾਲ ਜ਼ਿਆਦਤੀਆਂ ਹੋਈਆਂ, ਜ਼ਿਆਦਤੀ ਕਰਨ ਵਾਲੇ ਜੱਜ ਦਾ ਬੁੱਤ ਹਟਵਾਇਆ ਗਿਆ ਉੱਥੋਂ। ਉਹਨਾਂ ਦਿਨਾਂ 'ਚ ਫਿਰ ਮੈਂ ਉਹਨਾਂ ਨੂੰ ਪਹੁੰਚ ਕੀਤੀ ਸੀ ਨਿੱਜੀ ਤੌਰ 'ਤੇ ਵੀ ਕਿ ਮੇਵਾ ਸਿੰਘ ਬਾਰੇ ਕੁਝ ਹੋ ਸਕਦਾ, ਤਾਂ ਉਹਨਾਂ ਨੇ ਹਾਮੀ ਭਰੀ ਔਰ ਬਕਾਇਦਾ ਬਹੁਤ ਜਲਦ ਉਹਨਾਂ ਨੇ ਬਹੁਤ ਛੇਤੀ ਮਤਲਬ ਸਿਟੀ ਕੌਂਸਲ ਨੂੰ ਭਰੋਸੇ 'ਚ ਲੈ ਕੇ ਆਪਣੇ ਵਾਅਦੇ ਮੁਤਾਬਕ ਉਹਨਾਂ ਨੇ ਪ੍ਰੋਕਲੇਮੇਸ਼ਨ ਕਰ ਦਿੱਤਾ। 11 ਜਨਵਰੀ ਨੂੰ ਮੇਵਾ ਸਿੰਘ ਡੇ ਘੋਸ਼ਿਤ ਕੀਤਾ ਗਿਆ। ਵੈਸੇ ਉਹ ਸਿਟੀ ਕੌਂਸਲ ਦੀ ਇਹ ਵਚਨਬੱਧਤਾ ਹੈ ਕਿ ਜਿਹੜੇ ਇਸ ਕਿਸਮ ਦੇ ਮੁੱਦੇ ਨੇ ਹਿਊਮਨ ਰਾਈਟਸ ਨਾਲ ਜੁੜੇ ਹੋਏ, ਉਸ 'ਤੇ ਨਿੱਠ ਕੇ ਕੰਮ ਕੀਤਾ ਜਾਵੇ। ਸੋ ਚਾਹੇ ਉਹ ਅਤੀਤ ਵਿੱਚ ਚਾਈਨੀਜ਼ ਲੋਕਾਂ ਨਾਲ ਜ਼ਿਆਦਤੀਆਂ ਹੋਈਆਂ, ਮੂਲ ਵਾਸੀਆਂ ਨਾਲ ਹੋਈਆਂ, ਹਰ ਇੱਕ ਨੂੰ ਉਹਨਾਂ ਨੇ ਮਾਨਤਾ ਦਿੱਤੀ ਹੈ। ਉਸੇ ਨੁਕਤੇ ਤੋਂ ਇਹਨਾਂ ਨੇ ਮੇਵਾ ਸਿੰਘ ਡੇ ਮੁਕਰਰ ਜਿਹੜਾ ਕੀਤਾ, ਉਸ ਕੜੀ ਦਾ ਹਿੱਸਾ ਹੀ ਹੈ। ਸੋ ਉਹਨਾਂ ਦੀ ਇੱਕ ਵਚਨਬੱਧਤਾ ਦੀ ਇੱਕ ਮਿਸਾਲ ਹੈ। ਗੁਰਪ੍ਰੀਤ ਜੀ, ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਜਿੱਥੇ ਮੇਵਾ ਸਿੰਘ ਨੂੰ ਫਾਂਸੀ ਲਾਈ ਗਈ ਸੀ ਉੱਥੇ ਉਹਨਾਂ ਦਾ ਬੁੱਤ ਲਗਾਇਆ ਜਾਵੇ। ਇਹ ਗੱਲ ਹਜੇ ਕਿੱਥੋਂ ਤੱਕ ਚੱਲ ਰਹੀ ਹੈ ਤੇ ਸਿਟੀ ਹਾਲ ਇਹਨੂੰ ਹਾਮੀ ਭਰ ਰਿਹਾ ਕਿ ਨਹੀਂ? ਦੇਖੋ, ਚੱਕਪਕ ਮਾਰ ਤਾਂ ਬਿਲਕੁਲ ਹਾਮੀ ਭਰ ਰਹੇ ਆ। ਅੱਛਾ ਜੀ। ਜਿਹੜਾ ਇੱਕ ਸਕੂਲ ਆ ਉੱਥੇ ਨਿਊ ਵੈਸਟਮਿੰਸਟਰ ਦੇ ਵਿੱਚ, ਜਿਸਦੇ ਲਾਗੇ ਹੀ ਉਹ ਥਾਂ ਜਿੱਥੇ ਮੇਵਾ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ, ਜਿਸ ਥਾਂ 'ਤੇ ਫਾਂਸੀ ਦਿੱਤੀ ਗਈ ਉੱਥੇ ਕੈਰੀ ਹੈ ਛੋਟੀ ਜੀ, ਔਰ ਇੱਕ ਪ੍ਰਾਈਵੇਟ ਮਤਲਬ ਅਸੀਂ ਕਹਿ ਸਕਦੇ ਹਾਂ ਅਪਾਰਟਮੈਂਟ ਬਿਲਡਿੰਗ ਹੈ ਵੱਡੀ ਸਾਰੀ। ਉੱਥੇ ਸ਼ਾਇਦ ਉਹਨਾਂ ਨੂੰ ਮਨਜ਼ੂਰੀ ਲੈਣੀ ਪਏਗੀ ਸਾਨੂੰ। ਉਹਦੇ ਨਾਲੋਂ ਸੌਖਾ ਢੰਗ ਅਸੀਂ ਇਹ ਕੱਢਿਆ ਜਿਸ 'ਤੇ ਸੋਚਿਆ ਜਾ ਰਿਹਾ ਕਿ ਜਿਹੜਾ ਸਕੂਲ ਹੈ ਨਾਲ ਲੱਗਦਾ, ਉੱਥੇ ਉਹਨਾਂ ਕੋਲ ਖੁੱਲ੍ਹੀ ਥਾਂ ਹੈ ਸਕੂਲ ਵਾਲਿਆਂ ਕੋਲ, ਉੱਥੇ ਕੋਈ ਯਾਦਗਾਰ ਉਸਾਰੀ ਜਾਵੇ। ਅੱਛਾ ਜੀ। ਔਰ ਉੱਥੇ ਸਕੂਲ ਦੇ ਵਿੱਚ ਹੀ ਜਿਹੜਾ ਜਿਮਨੇਜ਼ੀਅਮ, ਉੱਥੇ ਹਰ ਸਾਲ ਕੋਈ ਈਵੈਂਟ ਵੀ ਕੀਤਾ ਜਾ ਸਕਦਾ। ਕੋਈ ਕਿਤਾਬ 'ਚ ਲਿਟਰੇਚਰ ਬੱਚਿਆਂ ਨੂੰ ਮੁਹੱਈਆ ਕੀਤੇ ਜਾ ਸਕਦੇ ਕਿ ਬੱਚਿਆਂ ਨੂੰ ਮੇਵਾ ਸਿੰਘ ਬਾਰੇ ਗਿਆਨ ਹੋਵੇ। ਠੀਕ ਹੈ। ਇਸ ਕਿਸਮ ਦਾ ਕੰਮ ਚੱਲ ਰਿਹਾ ਉੱਥੇ। ਸੋ ਉਸ ਦੇ ਵਿੱਚ ਚੱਕਪਕ ਮਾਰ ਮੂਰੀ ਨੇ। ਸੋ ਦੇਖਦੇ ਹਾਂ ਕਿ ਇਹ ਸਾਰਾ ਕੰਮ ਇਸੇ ਸਾਲ ਸਿਰੇ ਲੱਗਦਾ ਜਾਂ ਅਗਲੇ ਸਾਲ, ਪਰ ਕੋਸ਼ਿਸ਼ਾਂ ਜਾਰੀ ਨੇ, ਇਹ ਮੈਂ ਦੱਸ ਸਕਦਾ। ਠੀਕ ਹੈ ਜੀ। ਕੁਝ ਸਾਲ ਪਹਿਲਾਂ ਤੁਸੀਂ ਇੱਕ ਪਟੀਸ਼ਨ ਸ਼ੁਰੂ ਕੀਤੀ ਸੀ ਕਿ BC ਗਵਰਨਮੈਂਟ ਤੋਂ ਮੰਗ ਕਰ ਰਹੇ ਸੀ ਕਿ ਮੇਵਾ ਸਿੰਘ ਦਾ ਜਿਹੜਾ ਕ੍ਰਿਮੀਨਲ ਰੈਕਡ ਆ ਉਹਨੂੰ ਸਾਫ਼ ਕੀਤਾ ਜਾਵੇ ਤੇ ਉਹਨੂੰ ਕ੍ਰਿਮੀਨਲ ਲਿਸਟ 'ਚੋਂ ਕੱਢਿਆ ਜਾਵੇ। ਇਹ ਪਟੀਸ਼ਨ ਦਾ ਕੀ ਬਣਿਆ ਜੀ? ਗੱਲ ਇਸ ਤਰ੍ਹਾਂ ਕਮਲਜੀਤ ਜੀ, ਇਹ ਪਟੀਸ਼ਨ ਇਸ ਕਰਕੇ ਚਲਾਈ ਗਈ ਸੀ ਕਿਉਂਕਿ ਜਿਹੜੇ 6 ਮੂਲ ਵਾਸੀ ਆਗੂ ਜਿਨ੍ਹਾਂ ਨੂੰ ਫਾਹੇ ਲਾਇਆ ਗਿਆ ਸੀਗਾ, ਹਾਂਜੀ, ਉਸ ਕੈਨੇਡਾ ਸਰਕਾਰ ਮੰਨਦੀ ਕਿ ਉਹ ਬੇਦੋਸ਼ੀ ਸੀਗੇ। ਬਕਾਇਦਾ ਕੈਨੇਡਾ ਸਰਕਾਰ ਉਹਨਾਂ ਨੂੰ ਮਾਫ ਵੀ ਕਰ ਚੁੱਕੀ ਹੈ। ਅਸੀਂ ਚਾਹੁੰਦੇ ਹਾਂ ਉਸੇ ਨੁਕਤੇ ਨਿਗਾਹ ਤੋਂ ਮੇਵਾ ਸਿੰਘ ਨੂੰ ਵੀ ਮਾਫ ਕੀਤਾ ਜਾਵੇ। ਇੱਕ ਉਸ ਨੁਕਤੇ ਨਾਲ ਪਟੀਸ਼ਨ ਚਲਾਈ ਗਈ ਸੀ, ਆਨਲਾਈਨ ਪਟੀਸ਼ਨ। ਪਰ ਜਿਹੜੀ ਵੱਡੀ ਗੱਲ ਇਹ ਹੋਈ ਹੈ ਕਿ ਜਿਹੜਾ ਮੇਵਾ ਸਿੰਘ ਦੇ ਨਾਂ 'ਤੇ ਸਪੋਰਟਸ ਕਲਚਰਲ ਸੁਸਾਇਟੀ ਹੈ, ਹਾਂਜੀ, ਜਿਹਦੀ ਅਗਵਾਈ ਮੁੱਖ ਤੌਰ 'ਤੇ ਪਰਮਿੰਦਰ ਸਵੈਜ ਤੇ ਉਹਨਾਂ ਦੇ ਸਾਥੀ ਕਰ ਰਹੇ ਨੇ, ਉਹਨਾਂ ਨੇ ਇੱਕ ਪਟੀਸ਼ਨ ਚਲਾਈ ਹੋਈ ਹੈ। ਉਹ 'ਤੇ ਹਜ਼ਾਰਾਂ ਦਸਤਖਤ ਹੋ ਚੁੱਕੇ ਨੇ ਜਿਹੜੇ ਵਿਸਾਖੀ ਦੇ ਨਗਰ ਕੀਰਤਨਾਂ ਵਿੱਚ ਉਹਨਾਂ ਨੇ ਇਕੱਠੇ ਕੀਤੇ ਨੇ। ਸਭ ਤੋਂ ਵੱਡੀ ਗੱਲ ਇਹ ਹੋਈ ਕਿ ਉਹ ਪਟੀਸ਼ਨ ਬਕਾਇਦਾ BC ਦੀ ਵਿਧਾਨ ਸਭਾ ਵਿੱਚ MLA ਰਚਨਾ ਸਿੰਘ ਨੇ ਪੇਸ਼ ਕੀਤੀ ਹੈ।
ਉਹ ਪਟੀਸ਼ਨ ਹਾਊਸ 'ਚ ਪੇਸ਼ ਹੋ ਚੁੱਕੀ ਹੈ। ਹਾਲਾਂਕਿ ਮਸਲਾ ਇਹ ਫੈਡਰਲ ਸਰਕਾਰ ਦੇ ਲੈਵਲ ਦਾ ਹੈ, ਪਰ ਉਹਨਾਂ ਨੇ BC ਵਿੱਚ ਇਹ ਮੰਗ ਰੱਖੀ ਹੈ ਕਿ ਪਟੀਸ਼ਨ ਜਿਹੜੀ ਹੈ ਸਾਡੇ ਹਲਕਾ ਨਿਵਾਸੀਆਂ ਨੇ ਇਸ 'ਤੇ ਇੰਨੀ ਵੱਡੀ ਗਿਣਤੀ 'ਚ ਦਸਤਖਤ ਲਏ ਹੋਏ ਨੇ, ਇਸ 'ਤੇ ਗੌਰ ਕੀਤਾ ਜਾਵੇ। ਫੈਡਰਲ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਦੇ ਵਿੱਚ ਦਖਲ ਦੇ ਕੇ ਤੁਰੰਤ ਇਸ ਦੇ ਬਾਰੇ ਕੁਝ ਕੀਤਾ ਜਾਵੇ। ਸੋ ਇਹ ਮੈਂ ਸਮਝਦਾ ਇੱਕ ਵੱਡਾ ਸਟੈਪ ਹੈ ਵਾਲਾ। ਇੱਕ ਪਾਸੇ ਨਿਊ ਵੈਸਟਮਿੰਸਟਰ ਸਿਟੀ ਕੌਂਸਲ ਮੇਵਾ ਸਿੰਘ ਡੇ ਮੁਕਰਰ ਕਰੇ, ਵਿਧਾਨ ਸਭਾ ਦੇ ਵਿੱਚ ਪਟੀਸ਼ਨ ਪੇਸ਼ ਹੋਵੇ ਜਿਹਦੇ ਵਿੱਚ ਇੱਕ ਪ੍ਰਤੱਖ ਮੰਗ ਹੋਵੇ ਕਿ ਮੇਵਾ ਸਿੰਘ ਨੂੰ ਬਰੀ ਕੀਤਾ ਜਾਵੇ। ਸੋ ਹੁਣ ਸਮਾਂ ਆ ਗਿਆ ਕਿ ਇਸ ਕਿਸਮ ਦੀ ਗੱਲ ਹੋ ਸਕਦੀ ਹੈ। ਜਿੰਨੇ ਸਾਡੇ ਦੇਸੀ ਸਿਆਸਤਦਾਨ ਨੇ ਸਾਰੇ ਅੱਜ ਜੋ ਉੱਥੇ ਬੈਠੇ ਨੇ, ਚਾਹੇ ਵਿਧਾਨ ਸਭਾ ਦੇ ਵਿੱਚ, ਚਾਹੇ ਪਾਰਲੀਮੈਂਟ 'ਚ, ਚਾਹੇ ਮਿਊਨਿਸਪਲ ਆਪਣੀਆਂ ਚੈਂਬਰਸ ਦੇ ਵਿੱਚ, ਇਹ ਸਾਰਾ ਇਹ ਜਾਣ ਲੈਣ ਕਿ ਮੇਵਾ ਸਿੰਘ ਦੀ ਬਦੌਲਤ ਹੀ ਹੈ। ਜੇ ਉਹਨਾਂ ਨੇ ਕੁਰਬਾਨੀਆਂ ਨਾ ਦਿੱਤੀਆਂ ਹੁੰਦੀਆਂ, ਨਾ ਇਹ ਸਾਡੇ MLA MP ਦੱਸਣੇ ਸੀਗੇ। ਹਾਂਜੀ, ਵੋਟ ਪਾਉਣ ਦੀ ਗੱਲ ਤਾਂ ਬੜੀ ਦੂਰ ਦੀ ਰਹੀ। ਹਾਂਜੀ, ਨਾ ਸਾਡੇ ਪੰਜਾਬੀ ਚੈਨਲ ਚੱਲਦੇ ਹੋਣੇ ਸੀਗੇ। ਅੱਜ ਜਿਹੜੇ ਵੀ ਅਸੀਂ ਇੱਥੇ ਬੈਠੇ ਹਾਂ, ਮੌਜਾਂ ਮਾਣ ਰਹੇ ਹਾਂ, ਇਹ ਸਾਰਾ ਕੁਝ ਉਹਨਾਂ ਦੀ ਬਦੌਲਤ ਹੈ। ਹਾਂਜੀ, ਸੋ ਘੱਟੋ ਘੱਟ ਇਹ ਮੌਕਾ ਆ ਗਿਆ ਕਿ ਹੁਣ ਬਿਲਕੁਲ ਕਿਸੇ ਡਰ ਭਾਵ ਤੋਂ ਬਿਨਾਂ ਖੁੱਲ੍ਹ ਕੇ ਮੇਵਾ ਸਿੰਘ ਨੂੰ ਸ਼ਹੀਦ ਆਖੋ, ਸ਼ਹੀਦ ਮੰਨੋ, ਔਰ ਜੋ ਬਣਦਾ ਰੁਤਬਾ ਹੈ ਉਸ ਨੂੰ ਦੁਆਲ ਨਹੀਂ, ਜੋ ਬਣਦਾ ਸਰਦਾ ਕੀਤਾ ਜਾਵੇ। ਭਾਰਤੀ ਰਾਜਨੀਤਿਕਾਂ ਦੀ ਗੱਲ ਤੁਸੀਂ ਕਰ ਰਹੇ ਹੋ ਤੇ ਮੈਨੂੰ ਸਭ ਤੋਂ ਪਹਿਲਾਂ ਯਾਦ ਆਉਂਦਾ ਕਿ ਨਿਊ ਵੈਸਟਮਿੰਸਟਰ ਸਿਟੀ ਹਾਲ ਤੋਂ ਪ੍ਰੋਕਲਾਮੇਸ਼ਨ ਤੋਂ ਵੀ ਪਹਿਲਾਂ ਤੁਹਾਡੀ ਪਤਨੀ ਰਚਨਾ ਸਿੰਘ ਨੇ, ਜੋ ਕਿ MLA ਹੈ, ਉਹਨਾਂ ਨੇ ਆਪਣੇ ਆਫਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ਹੀਦ ਮੇਵਾ ਸਿੰਘ ਦਾ ਪੋਸਟਰ ਲਾਇਆ ਸੀਗਾ। ਤੇ ਉਦੋਂ ਪੋਸਟਰ ਲਾਉਣ ਦਾ ਮਕਸਦ ਉਹਨਾਂ ਦਾ ਕੀ ਸੀਗਾ ਜੀ? ਮਕਸਦ ਉਹਨਾਂ ਦਾ ਇਹ ਸੀ ਕਮਲਜੀਤ ਜੀ ਕਿ ਉਹ ਸਮਝਦੇ ਸੀ ਕਿ ਮੇਵਾ ਸਿੰਘ ਦੀ ਬਦੌਲਤ ਅਸੀਂ ਹਾਂ ਜੋ ਵੀ ਹਾਂ, ਜੋ ਸਾਨੂੰ ਹੱਕ ਮਿਲੇ ਹੋਏ ਉਹਨਾਂ ਦੀ ਬਦੌਲਤ ਆ। ਜੀ ਉਹਨਾਂ ਨੂੰ ਲੱਗਦਾ ਕਿ ਮੈਂ ਅੱਜ MLA ਹਾਂ ਤੇ ਮੇਵਾ ਸਿੰਘ ਦੀ ਬਦੌਲਤ ਹੈ। ਠੀਕ ਹੈ। ਜੇ ਸਾਨੂੰ ਵੋਟ ਪਾਉਣ ਦਾ ਹੱਕ ਨਾ ਮਿਲਿਆ ਹੁੰਦਾ ਤੇ ਇਹ ਸੰਭਵ ਹੀ ਨਹੀਂ ਸੀ ਕਿ ਰਚਨਾ ਸਿੰਘ ਜਾਂ ਕੋਈ MLA ਜਾਂ MP ਹੁੰਦਾ। ਸੋ ਇੱਕ ਤਰੀਕੇ ਨਾਲ ਉਹ ਰਿਣੀ ਸੀਗੇ ਇਸ ਗੱਲ ਲਈ ਕਿ ਮੇਵਾ ਸਿੰਘ ਦੇ। ਸੋ ਮੇਵਾ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਮੇਵਾ ਸਿੰਘ ਦੇ ਚਿੱਤਰ ਨੂੰ ਸਥਾਪਿਤ ਕੀਤਾ। ਇਹ ਵੱਡੀ ਗੱਲ ਸੀ, ਔਰ ਮੈਂ ਸਮਝਦਾ ਕਿ ਹਰ ਇੱਕ MLA, ਹਰ ਇੱਕ MP ਦੀ ਜ਼ਿੰਮੇਵਾਰੀ ਬਣਦੀ ਕਿ ਮੇਵਾ ਸਿੰਘ 'ਤੇ ਠੋਕ ਵਜਾ ਕੇ ਗੱਲ ਕਰੇ। ਠੀਕ ਹੈ। ਤੇ ਮੇਵਾ ਸਿੰਘ ਦੀ ਸ਼ਹਾਦਤ ਨੂੰ ਅੱਜ ਦੇ ਸਮੇਂ 'ਚ ਯਾਦ ਕਰਨਾ ਕਿਉਂ ਜ਼ਰੂਰੀ ਹੈ ਜੀ? ਇਸ ਕਰਕੇ ਜ਼ਰੂਰੀ ਕਮਲਜੀਤ ਜੀ ਕਿ ਨਸਲਵਾਦ ਅੱਜ ਵੀ ਸਿਰ ਚੜ੍ਹ ਕੇ ਬੋਲ ਰਿਹਾ। ਨਸਲਵਾਦ ਸਿਰਫ ਬੀਤੇ ਦੀ ਗੱਲ ਨਹੀਂ ਹੈ। ਵੇਖ ਸਕਦੇ ਹਾਂ ਆਪਾਂ ਅਮਰੀਕਾ 'ਚ ਹੁਣ ਕੀ ਹੋ ਕੇ ਹਟਿਆ। ਡੋਨਲਡ ਟਰੰਪ ਚੋਣ ਹਾਰ ਗਏ ਨੇ, ਪਰ ਸੱਤਾ ਨੂੰ ਚਿੰਬੜੇ ਹੋਏ ਨੇ। ਉਹਨਾਂ ਦੀ ਉਕਸਾੜ ਦੇ ਕਿੰਨੇ ਲੋਕਾਂ ਨੇ ਜਾ ਕੇ ਕਿੰਨੇ ਉੱਥੇ ਬੁਰਸ਼ਾਗਰਦੀ ਕੀਤੀ ਹੈ, ਔਰ ਪੁਲਿਸ ਵਾਲਿਆਂ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਹਾਲਾਂਕਿ ਜੇ ਸਿਆਹ ਨਸਲ ਦੇ ਲੋਕ ਹੁੰਦੇ ਤਾਂ ਕੁੱਤਿਆਂ ਵਾਂਗੂ ਮਾਰੇ ਜਾਂਦੇ। ਸੋ ਇਹ ਹਾਲਾਤ ਨੇ, ਦੱਸਦਾ ਕਿ ਨਸਲਵਾਦ ਕਿਵੇਂ ਹੈ, ਕਿਵੇਂ ਪੱਖਪਾਤ ਸਿਸਟਮ ਦੇ ਵਿੱਚ। ਠੀਕ ਹੈ। ਸੋ ਇਹ ਨਸਲਵਾਦ ਨਹੀਂ ਮੁੱਕਿਆ, ਅਜੇ ਵੀ ਜਾਰੀ, ਔਰ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ। ਕੈਨੇਡਾ ਦੇ ਰੱਖਿਆ ਮਹਿਕਮੇ ਦੀ ਰਿਪੋਰਟ ਅਨੁਸਾਰ ਵਾਈਟ ਨੈਸ਼ਨਲਿਜ਼ਮ ਵੱਧ ਰਿਹਾ, ਖਤਰਾ ਉਸਦਾ। ਠੀਕ ਹੈ। ਔਰ ਚੀਨੀ ਲੋਕਾਂ ਦੇ ਖਿਲਾਫ ਤੁਸੀਂ ਵੇਖ ਲਓ ਹਾਲ ਹੀ ਵਿੱਚ COVID-19 ਦੇ ਮੱਦੇਨਜ਼ਰ ਕਿਵੇਂ ਨਸਲੀ ਘਟਨਾਵਾਂ ਇੱਕ ਤੋਂ ਬਾਅਦ ਇੱਕ ਵਾਪਰੀਆਂ ਨੇ। ਸੋ ਨਸਲਵਾਦ ਜਦੋਂ ਤੱਕ ਜਾਰੀ ਰਹੂਗਾ ਉਦੋਂ ਤੱਕ ਮੇਵਾ ਸਿੰਘ ਪ੍ਰਸੰਗਤ ਰਹੂਗਾ। ਔਰ ਮੇਵਾ ਸਿੰਘ ਦੀ ਲੜਾਈ ਜਿਸ ਕਿਸਮ ਦੇ ਨਿਜ਼ਾਮ ਦੇ ਨਾਲ ਸੀ, ਉਸ ਤਰ੍ਹਾਂ ਦਾ ਨਿਜ਼ਾਮ ਅੱਜ ਭਾਰਤ ਵਿੱਚ ਵੀ ਹੈ, ਜਿੱਥੇ ਘੱਟ ਗਿਣਤੀ ਦੇ ਹਮਲੇ ਵੀ ਤਿੱਖੇ ਹੋਏ ਨੇ, ਬੋਲਣ ਦੀ ਆਜ਼ਾਦੀ ਨੂੰ ਦਬਾਇਆ ਜਾ ਰਿਹਾ, ਕਿਸਾਨ ਸੜਕਾਂ 'ਤੇ ਰੁਲ ਰਹੇ। ਇਹੋ ਜਿਹੀਆਂ ਗੱਲਾਂ ਦੇ ਮੱਦੇਨਜ਼ਰ ਮੇਵਾ ਸਿੰਘ ਦੀ ਸ਼ਹਾਦਤ ਹੋਰ ਵੀ ਜ਼ਿਆਦਾ ਪ੍ਰਸੰਗਤ ਹੋ ਜਾਂਦੀ। ਠੀਕ ਹੈ। ਤੇ ਅਖੀਰ 'ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹ ਕਹੂੰਗਾ ਕਿ ਬਸ ਇਹ ਦਿਮਾਗ 'ਚ ਰੱਖੋ ਕਿ ਜੋ ਸਾਡੇ ਕੋਲ ਹੈ ਅਜੇ ਮੇਵਾ ਸਿੰਘ ਦੀ ਬਦੌਲਤ ਹੈ। ਜੇ ਮੇਵਾ ਸਿੰਘ ਨੇ ਸ਼ਹੀਦੀ ਨਾ ਦਿੱਤੀ ਹੁੰਦੀ ਸ਼ਾਇਦ ਅਸੀਂ ਹੌਂਡਰਸ ਬੈਠੇ ਹੁੰਦੇ, ਸ਼ਾਇਦ ਸਾਨੂੰ ਵੋਟ ਪਾਉਣ ਦਾ ਹੱਕ ਵੀ ਨਾ ਮਿਲਿਆ ਹੁੰਦਾ, ਸ਼ਾਇਦ ਸਾਨੂੰ ਕਦੋਂ ਦਾ ਇੱਥੋਂ ਡੀਪੋਰਟ ਕੀਤਾ ਗਿਆ ਹੁੰਦਾ। ਠੀਕ ਹੈ। ਸੋ ਜੋ ਸਾਨੂੰ ਅੱਜ ਮਿਲਿਆ ਹੋਇਆ, ਜੋ ਸਾਡੇ ਕੋਲ ਕੁਝ ਹੈ, ਇਹ ਮੇਵਾ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਬਦੌਲਤ ਹੈ। ਇਹ ਗੱਲ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਗੁਰਪ੍ਰੀਤ ਜੀ, ਸਾਡੇ ਸਟੂਡੀਓ 'ਚ ਆਉਣ ਲਈ। ਸ਼ੁਕਰੀਆ ਜੀ। ਕੋਈ ਵੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਫਾਰਮ, ਕਮਰਸ਼ੀਅਲ, ਰੈਜ਼ੀਡੈਂਸ਼ੀਅਲ, ਅਪਾਰਟਮੈਂਟ, ਟਾਊਨ ਹਾਊਸ ਜ਼ਰੂਰ ਸੰਪਰਕ ਕਰੋ ਪਲੈਨਟ ਗਰੁੱਪ ਰਿਐਲਟੀ, ਗੁਰਵਿੰਦਰ ਸਿੰਘ ਧਾਲੀਵਾਲ, 6048251550 604 825 1550, ਜਾਂ ਫਿਰ ਈਮੇਲ ਕਰ ਸਕਦੇ ਹੋ gurvindersingh@gmail.com, ਵੈਬਸਾਈਟ www.gurvindersinghtaliwal.com। ਕਿਸੇ ਵੀ ਤਰ੍ਹਾਂ ਦੀ ਮੌਰਗੇਜ ਲੈਣੀ ਹੈ, ਰੈਜ਼ੀਡੈਂਸ਼ੀਅਲ, ਕੰਸਟਰਕਸ਼ਨ, ਕਮਰਸ਼ੀਅਲ ਜਾਂ ਪ੍ਰਾਈਵੇਟ ਮੌਰਗੇਜ ਲੈਣੀ ਹੈ ਤਾਂ ਮੌਰਗੇਜ ਐਡਵਾਈਜ਼ਰ ਗੁਰਦੀਪ ਕਲੋਟੀ ਨਾਲ ਸੰਪਰਕ ਕਰੋ। ਇਹ ਤੁਹਾਡੇ ਘਰ ਆ ਕੇ ਵੀ ਸਰਵਿਸ ਦੇ ਸਕਦੇ ਹਨ। ਇਹਨਾਂ ਦਾ ਫੋਨ ਨੰਬਰ 7782554292 ਜਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਸਕਦੇ ਹੋ www.kalotimortgage.com। ਕੀ ਹੋਇਆ? ਕਿਸ ਨਾਲ ਲੜ ਕੇ ਆਈ ਹੈ? ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗॉड,
ਮੈਂ ਤਾਂ ਦੁਖੀ ਹੋ ਚੁੱਕੀ ਹਾਂ। ਬਸ ਇੰਨੀ ਗੱਲ ਤੋਂ ਘਬਰਾ ਗਈ ਆਹ ਇੰਨੀ ਕੀ ਗੱਲ ਆ? ਜਦੋਂ ਆਪਾਂ ਨਾ ਕ੍ਰਾਊਨ ਇਮੀਗ੍ਰੇਸ਼ਨ ਦੇ ਰਾਜਪਾਲ ਹੋਲਟੀਅਰ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744 ਜਦ ਵੀ ਤੁਸੀਂ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਕੱਪੜਿਆਂ ਦੇ ਵੇਅਰਹਾਊਸ ਤੇ ਆਉਂਦੇ ਹੋ ਤਾਂ ਰੋਸ਼ਨ ਅਰੋੜਾ ਅਤੇ ਸੁਭਾਸ਼ ਚੰਦਰ ਤੁਹਾਡਾ ਖਿੜੇ ਮੱਥੇ ਸਵਾਗਤ ਕਰਦੇ ਹਨ। ਪੰਜਾਬ ਕਲੌਥ ਹਾਊਸ ਵਿੱਚ ਤੁਹਾਨੂੰ ਮਿਲਦੇ ਹਨ ਵਾਜਬ ਕੀਮਤਾਂ ਤੇ ਟੌਪ ਕੁਆਲਿਟੀ ਦੇ ਫੈਬਰਿਕਸ ਤੇ ਰੈਡੀਮੇਡ ਗਾਰਮੈਂਟਸ, ਲੇਡੀਜ਼, ਜੈਂਟਸ ਤੇ ਬੱਚਿਆਂ ਦੇ ਕੱਪੜੇ ਭਾਰਤ ਤੋਂ ਇਲਾਵਾ ਜਾਪਾਨ, ਕੋਰੀਆ, ਇੰਡੋਨੇਸ਼ੀਆ, ਚਾਈਨਾ, ਪਾਕਿਸਤਾਨ, ਯੂਰਪ ਤੋਂ ਮੰਗਵਾਉਂਦੇ ਹਨ। ਉੱਚ ਕੁਆਲਿਟੀ ਦਾ ਸਮਾਨ ਘੱਟ ਕੀਮਤਾਂ ਤੇ ਲੈਣ ਲਈ ਅੱਜ ਹੀ ਪਹੁੰਚੋ ਪੰਜਾਬ ਕਲੌਥ ਵੇਅਰਹਾਊਸ ਤੇ, ਜੋ ਕਿ 12725 80 ਐਵਨਿਊ ਤੇ ਸਥਿਤ ਹੈ। ਫੋਨ ਨੰਬਰ 604 598 2880। ਕੋਈ ਵੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਫਾਰਮ, ਕਮਰਸ਼ੀਅਲ, ਰੈਜ਼ੀਡੈਂਸ਼ੀਅਲ, ਅਪਾਰਟਮੈਂਟ, ਟਾਊਨ ਹਾਊਸ ਜ਼ਰੂਰ ਸੰਪਰਕ ਕਰੋ। ਪਲੈਨਟ ਗਰੁੱਪ ਰਿਐਲਟੀ, ਗੁਰਵਿੰਦਰ ਸਿੰਘ।